ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਬਾਰੇ ਹੋਇਆ ਵੱਡਾ ਐਲਾਨ, ਫਾਈਲਾਂ ਦੀ 6 ਮਹੀਨੇ ਵਿੱਚ ਆਵੇਗਾ ਫੈਸਲਾ। ਕੈਨੇਡਾ ਸਰਕਾਰ ਨੇ ਦਿੱਤਾ ਉਡਾਨਾਂ ਰੱਦ ਕਰਨ ਦਾ ਆਦੇਸ਼, ਟਰਾਂਸਪੋਰਟ ਮੰਤਰੀ ਨੇ ਦੱਸੀ ਇਸ ਦੀ ਸੱਚਾਈ। ਕੈਨੇਡਾ ਵਿੱਚ ਮਹਿੰਗਾਈ ਨੇ ਤੋੜੇ 31 ਸਾਲਾਂ ਦੇ ਰਿਕਾਰਡ, ਅਰਥ ਸ਼ਾਸਤਰੀਆਂ ਦਾ ਅੰਦਾਜ਼ਾ ਹੋਇਆ ਗਲਤ। ਕਰੋਨਾ ਤੋਂ ਬਾਅਦ ਫੈਲਿਆ ਮੰਕੀ ਪੌਕਸ, ਜਾਣੋ ਕਿੰਨਾ ਖਤਰਨਾਕ ਹੈ ਇਹ ਵਾਇਰਸ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਕੈਨੇਡਾ ਤੋਂ ਚੰਗੀ ਖਬਰ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਫਾਈਲਾਂ ਦੀ ਪ੍ਰੋਸੈਸਿੰਗ ਦੇ ਵਿੱਚ ਹੁਣ 6 ਮਹੀਨੇ ਦਾ ਹੀ ਸਮਾਂ ਲੱਗੇਗਾ। ਇਹ ਜਾਣਕਾਰੀ ਐਕਸਪ੍ਰੈਸ ਐਂਟਰੀ ਐਪਲੀਕੇਸ਼ਨਸ ਬਾਰੇ ਦੱਸੀ ਗਈ ਹੈ, ਜਿੱਥੇ ਦੱਸਿਆ ਗਿਆ ਹੈ ਕਿ ਪਹਿਲਾਂ ਕਾਫੀ ਜ਼ਿਆਦਾ ਸਮਾਂ ਐਪਲੀਕੇਸ਼ਨਸ ਉੱਪਰ ਫੈਸਲਾ ਸੁਣਾਉਣ ਵਿੱਚ ਲੱਗਦਾ ਸੀ, ਪਰ ਅਜਿਹਾ ਨਹੀਂ ਹੋਵੇਗਾ, ਬਲਕਿ ਹੁਣ ਪ੍ਰੋਸੈਸਿੰਗ ਟਾਈਮ 6 ਮਹੀਨੇ ਦਾ ਕਰ ਦਿੱਤਾ ਗਿਆ ਹੈ। ਇਮੀਗ੍ਰੇਸ਼ਨ ਨਾਲ ਸੰਬੰਧਿਤ ਇੱਕ ਵੱਡੀ ਖੁਸ਼ਖਬਰੀ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਫਾਈਲਾਂ ਉੱਪਰ ਜਲਦ ਫੈਸਲਾ ਸੁਣਾਇਆ ਜਾਵੇਗਾ। ਹੁਣ ਜਿਹੜੇ ਐਕਸਪ੍ਰੈਸ ਐਂਟਰੀ ਅਧੀਨ ਅਰਜ਼ੀਆਂ ਲਗਾਉਣਗੇ, ਉਹਨਾਂ ਦੀਆਂ ਅਰਜ਼ੀਆਂ ਉੱਪਰ 6 ਮਹੀਨਿਆਂ ਅੰਦਰ ਹੀ ਫੈਸਲਾ ਆ ਜਾਵੇਗਾ, ਜਿਸ ਦਾ ਮਤਲਬ ਹੈ ਕਿ ਪਹਿਲਾਂ ਜਿਹੜੇ ਅਪਲਾਈ ਕਰਨ ਵਾਲਿਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ, ਹੁਣ ਅਜਿਹਾ ਨਹੀਂ ਹੋਵੇਗਾ। ਦੱਸ ਦੇਈਏ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਹੁਣ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਮੀਗ੍ਰੇਸ਼ਨ ਦੇ ਪੱਧਰ ਨੂੰ ਪ੍ਰੀ ਪੈਂਡੈਮਿਕ ਲੈਵਲ ਉੱਪਰ ਮੁੜ ਤੋਂ ਲਿਆਂਦਾ ਜਾਵੇ। ਪੈਂਡੈਮਿਕ ਕਾਰਨ ਬਹੁਤ ਸਾਰੀਆਂ ਅਰਜ਼ੀਆਂ ਫਸ ਗਈਆਂ ਤੇ ਅਰਜ਼ੀਆਂ ਲਗਾਉਣ ਵਾਲਿਆਂ ਨੂੰ ਕਾਫੀ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਨਾਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਐਪਲੀਕੈਂਟਸ ਨੂੰ 20 ਮਹੀਨੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਪਰ ਹੁਣ ਵਿਭਾਗ ਨੇ ਕਹਿ ਦਿੱਤਾ ਹੈ ਕਿ 6 ਮਹੀਨਿਆਂ ਦੇ ਅੰਦਰ ਹੀ ਅਰਜ਼ੀਆਂ ਉੱਪਰ ਫੈਸਲਾ ਆ ਜਾਵੇਗਾ। ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜੁਲਾਈ ਮਹੀਨੇ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਗੇ ਵੱਡੇ ਡਰਾਅ ਮੁੜ ਤੋਂ ਕੱਢੇ ਜਾਣਗੇ। ਹੁਣ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਜੁਲਾਈ ਮਹੀਨੇ ਵਾਸਤੇ ਇਹ ਵੱਡੀ ਖਬਰ ਸਾਹਮਣੇ ਆਈ ਸੀ, ਕਿਉਂਕਿ ਪੈਂਡੈਮਿਕ ਦੌਰਾਨ ਇਹਨਾਂ ਡਰਾਅਸ ਉੱਪਰ ਰੋਕ ਲਗਾ ਦਿੱਤੀ ਗਈ। ਸਿਰਫ ਪੀਐਨਪੀ ਡਰਾਅ ਜਾਂ ਫਿਰ ਪੀਐਨਪੀ ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਹੀ ਐਲਾਨ ਕੀਤੇ ਜਾ ਰਹੇ ਸਨ, ਤੇ ਜਿਹੜੇ ਇਹਨਾਂ ਅਧੀਨ ਅਰਜ਼ੀਆਂ ਲਗਾ ਰਹੇ ਸਨ, ਉਹਨਾਂ ਨੂੰ ਕਾਫੀ ਲੰਬਾ ਇੰਤਜ਼ਾਰ ਵੀ ਕਰਨਾ ਪੈ ਰਿਹਾ ਸੀ। ਦੱਸਣਯੋਗ ਹੈ ਕਿ ਜਿਸ ਤਰ੍ਹਾਂ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ 6 ਮਹੀਨਿਆਂ ਅੰਦਰ ਹੀ ਫਾਈਲਾਂ ਤੇ ਫੈਸਲਾ ਸੁਣਾ ਦਿੱਤਾ ਜਾਏਗਾ, ਤੇ ਇਹ ਇਮੀਗ੍ਰੇਸ਼ਨ ਵਾਸਤੇ ਇੱਕ ਚੰਗਾ ਸੰਕੇਤ ਹੈ, ਕਿਉਂਕਿ ਇਸ ਨਾਲ ਤੇਜ਼ੀ ਨਾਲ ਫਾਈਲਾਂ ਉੱਪਰ ਫੈਸਲਾ ਆ ਜਾਵੇਗਾ ਤੇ ਉਮੀਦਵਾਰਾਂ ਨੂੰ ਵੀ ਬਹੁਤੀ ਪਰੇਸ਼ਾਨੀ ਜਾਂ ਫਿਰ ਉਡੀਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਿਛਲੇ ਦਿਨੀ ਹੀ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹਨਾਂ ਕੋਲ ਕਾਫੀ ਜ਼ਿਆਦਾ ਫਾਈਲਾਂ ਦਾ ਬੈਕਲੌਗ ਇਕੱਠਾ ਹੋ ਚੁੱਕਿਆ ਹੈ। 2 ਮਿਲੀਅਨ ਤੋਂ ਵੱਧ ਇਸ ਸਮੇਂ ਲੋਕ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। ਜੇਕਰ ਫਾਈਲਾਂ ਤੇ ਫੈਸਲਾ ਛੇਤੀ ਆਇਆ ਤਾਂ ਫਿਰ ਹੌਲੀ-ਹੌਲੀ ਇਹ ਬੈਕਲੌਗ ਘਟਦਾ ਹੋਇਆ ਦਿਖਾਈ ਦੇਵੇਗਾ। ਕੈਨੇਡਾ ਸਰਕਾਰ ਵੱਲੋਂ ਉਡਾਨਾਂ ਰੱਦ ਕਰਨ ਦਾ ਆਦੇਸ਼ ਦਿੱਤਾ ਗਿਆ। ਕੀ ਇਹ ਵਾਕਈ ਸੱਚ ਹੈ? ਇਸ ਦੀ ਕੀ ਸੱਚਾਈ ਹੈ, ਇਹ ਟਰਾਂਸਪੋਰਟ ਮੰਤਰੀ ਵੱਲੋਂ ਦੱਸਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਵੀ ਆਦੇਸ਼ ਨਹੀਂ ਦਿੱਤਾ, ਬਲਕਿ 에ਅਰਪੋਰਟ ਤੇ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਯਾਤਰੀਆਂ ਨੂੰ ਕਰਨਾ ਪੈ ਰਿਹਾ, ਉਸ ਦਾ ਜਲਦ ਹੀ ਹੱਲ ਲੱਭਿਆ ਜਾਵੇਗਾ। ਕੈਨੇਡਾ ਦੇ 에ਅਰਪੋਰਟ ਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਵਿੱਚ ਇੱਕ ਖਬਰ ਸਾਹਮਣੇ ਆਈ ਕਿ ਇੱਥੇ 에ਅਰਲਾਈਨਸ ਨੂੰ ਕਹਿ ਦਿੱਤਾ ਗਿਆ ਕਿ ਉਡਾਨਾਂ ਵਿੱਚ ਕਟੌਤੀ ਕੀਤੀ ਜਾਵੇ, ਭਾਵ ਕਿ 에ਅਰਲਾਈਨਸ ਨੂੰ ਉਡਾਨਾਂ ਘੱਟ ਕਰਨ ਵਾਸਤੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਦੀ ਕੀ ਸੱਚਾਈ ਹੈ? ਇਸ ਦਾ ਜਵਾਬ ਟਰਾਂਸਪੋਰਟ ਮੰਤਰੀ ਵੱਲੋਂ ਦਿੱਤਾ ਗਿਆ। ਟਰਾਂਸਪੋਰਟ ਮੰਤਰੀ ਨੇ ਇਸ ਨੂੰ ਇੱਕ ਅਫਵਾਹ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਅਥਾਰਟੀ ਵੱਲੋਂ 에ਅਰਲਾਈਨਸ ਨੂੰ ਕੋਈ ਵੀ ਇਸ ਤਰ੍ਹਾਂ ਦਾ ਨਿਰਦੇਸ਼ ਨਹੀਂ ਦਿੱਤਾ ਗਿਆ ਕਿ ਉਹ ਉਡਾਨਾਂ ਨੂੰ ਘੱਟ ਕਰ ਦੇਣ। ਇਹ ਜੋ ਖਬਰ ਹੈ, ਇਸ ਨੂੰ ਉਹਨਾਂ ਵੱਲੋਂ ਗਲਤ ਦੱਸਿਆ ਗਿਆ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਲਗਾਤਾਰ ਉਹਨਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਯਾਤਰੀਆਂ ਦੀ ਇਸ ਪਰੇਸ਼ਾਨੀ ਦਾ ਜਲਦ ਤੋਂ ਜਲਦ ਹੱਲ ਲੱਭਿਆ ਜਾਵੇ, ਕਿਉਂਕਿ 에ਅਰਪੋਰਟ ਸੇ ਯਾਤਰੀਆਂ ਨੂੰ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ। ਕਈਆਂ ਦੀਆਂ ਉਡਾਨਾਂ ਵੀ ਡੀਲੇ ਹੋ ਰਹੀਆਂ ਨੇ। ਯਾਤਰੀਆਂ ਨੂੰ ਜਿਹੜੀ ਹੁਣ ਇਹ ਪਰੇਸ਼ਾਨੀ ਆ ਰਹੀ ਹੈ, ਉਸ ਨੂੰ ਜਲਦ ਨਿਪਟਾਉਣ ਸੰਬੰਧੀ ਟਰਾਂਸਪੋਰਟ ਮੰਤਰੀ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਦਿੱਤੀ ਜਾ ਰਹੀ ਹੈ। ਯਾਤਰੀਆਂ ਨੂੰ ਹੋ ਰਹੀ ਪਰੇਸ਼ਾਨੀ ਅਤੇ ਉਡਾਨਾਂ ਵਿੱਚ ਹੋ ਰਹੀ ਦੇਰੀ ਦਾ ਕਾਰਨ ਵੀ ਸਾਹਮਣੇ ਆਇਆ। ਦਰਅਸਲ 에ਅਰਪੋਰਟ ਤੇ ਜੋ ਇਸ ਸਮੇਂ ਸਟਾਫ ਦੀ ਕਮੀ ਹੈ, ਉਸ ਕਾਰਨ ਯਾਤਰੀ ਪ੍ਰਭਾਵਿਤ ਹੋ ਰਹੇ ਨੇ, ਕਿਉਂਕਿ ਉਹਨਾਂ ਨੂੰ ਚੈਕਿੰਗ ਦੇ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ, ਜਿਸ ਕਾਰਨ ਉਹਨਾਂ ਨੂੰ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ 에ਅਰਲਾਈਨਸ 에ਅਰਪੋਰਟ ਲਗਾਤਾਰ ਆਮ ਲੋਕਾਂ ਨੂੰ ਸਲਾਹ ਦੇ ਰਹੇ ਨੇ ਕਿ ਉਹ ਸਮੇਂ ਤੋਂ ਪਹਿਲਾਂ 에ਅਰਪੋਰਟ ਪਹੁੰਚਣ, ਚਾਹੇ ਉਹਨਾਂ ਨੇ ਡੋਮੈਸਟਿਕ ਯਾਤਰਾ ਕਰਨੀ ਹੈ ਜਾਂ ਫਿਰ ਉਹ ਅੰਤਰਰਾਸ਼ਟਰੀ ਯਾਤਰਾ ਕਰਨਾ ਚਾਹੁੰਦੇ ਨੇ। ਯਾਤਰੀਆਂ ਵਾਸਤੇ ਜ਼ਰੂਰੀ ਹੈ ਕਿ ਉਹ ਸਮੇਂ ਤੋਂ ਪਹਿਲਾਂ 에ਅਰਪੋਰਟ ਤੇ ਪਹੁੰਚਣ, ਤਾਂ ਕਿ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਓਨਟਾਰੀਓ ਵਿੱਚ ਨਰਸਾਂ ਨਾਲ ਧੱਕਾ ਹੋਇਆ, ਜਿੱਥੇ 2 ਨਰਸਾਂ ਜ਼ਖਮੀ ਹੋਈਆਂ ਨੇ। ਦਰਅਸਲ ਪ੍ਰੀਮੀਅਰ ਡਗ ਫੋਰਡ ਦੇ ਡਿਬੇਟ ਵਿੱਚ ਪਹੁੰਚਣ ਤੋਂ ਪਹਿਲਾਂ ਕੁਝ ਹੈਲਥ ਕੇਅਰ ਵਰਕਰਸ ਇਕੱਠੇ ਹੋਏ, ਜਿੱਥੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ।
ਆਪਣੇ ਹੱਕਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਸਨ, ਪਰ ਜਦੋਂ ਉਹਨਾਂ ਨੂੰ ਇੱਥੇ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ 2 ਨਰਸਾਂ ਜ਼ਖਮੀ ਹੋ ਗਈਆਂ। ਮੌਕੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਡਗ ਫੋਰਡ ਦੇ ਟੋਰਾਂਟੋ ਡਿਬੇਟ ਵਿੱਚ ਪਹੁੰਚਣ ਦੌਰਾਨ ਨਰਸਾਂ ਨਾਲ ਧੱਕਾ ਹੋਇਆ। ਇੱਥੇ 2 ਨਰਸਾਂ ਨੂੰ ਜ਼ਮੀਨ ਤੇ ਘੜੀਸਿਆ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਦਰਅਸਲ ਡਿਬੇਟ ਦੌਰਾਨ ਪ੍ਰੀਮੀਅਰ ਡਗ ਫੋਰਡ ਵੱਲੋਂ ਸ਼ਮੂਲੀਅਤ ਕੀਤੀ ਜਾਣੀ ਸੀ। ਇਸ ਦੌਰਾਨ ਕੁਝ ਨਰਸ ਪ੍ਰੋਟੈਸਟ ਕਰਨ ਵਾਸਤੇ ਆਏ। 200 ਤੋਂ ਵੱਧ ਰਜਿਸਟਰਡ ਪ੍ਰੈਕਟੀਕਲ ਨਰਸਾਂ ਵੱਲੋਂ ਆਪਣੇ ਹੱਕਾਂ ਵਾਸਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਹ ਨਰਸ ਟੀਵੀਓ ਬਿਲਡਿੰਗ ਯੰਗ ਸਟਰੀਟ ਦੇ ਬਾਹਰ ਇਕੱਠੇ ਹੋਏ। ਮੰਗ ਕੀਤੀ ਜਾ ਰਹੀ ਸੀ ਕਿ ਸਾਲਾਨਾ ਤਨਖਾਹ ਵਿੱਚ ਵਾਧਾ ਕੀਤਾ ਜਾਵੇ। ਪ੍ਰੀਮੀਅਰ ਡਗ ਫੋਰਡ ਦੇ ਪਹੁੰਚਣ ਤੋਂ ਪਹਿਲਾਂ ਇੱਥੇ ਇਸ ਪ੍ਰਦਰਸ਼ਨ ਨੂੰ ਖਾਲੀ ਕਰਵਾਉਣ ਦੀ ਪੁਲਿਸ ਨੇ ਕੋਸ਼ਿਸ਼ ਕੀਤੀ। ਮੌਕੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ, ਜਿਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ 2 ਨਰਸ ਜ਼ਖਮੀ ਹੋ ਗਏ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਸੜਕ ਖਾਲੀ ਕਰਵਾਉਣ ਲਈ ਇੱਕ ਵਿਅਕਤੀ ਨਰਸਾਂ ਨੂੰ ਘੜੀਸਦਾ ਹੋਇਆ ਦਿਖਾਈ ਦੇ ਰਿਹਾ ਹੈ। ਜਦੋਂ 2 ਨਰਸ ਜ਼ਖਮੀ ਹੋ ਗਏ ਤਾਂ ਉਹਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। You just broke a nurse's face in a pandemic. ਗੁਰੂ ਨਾਨਕ ਇੰਸਟੀਚਿਊਟ ਫਾਰ ਗਲੋਬਲ ਸਟੱਡੀਜ਼ ਨੂੰ ਲਾਂਚ ਕੀਤਾ ਗਿਆ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇੱਕ ਖਾਸ ਸੰਦੇਸ਼ ਦਿੱਤਾ ਹੈ। ਉਹਨਾਂ ਨੇ ਲਿਖਤ ਰੂਪ ਵਿੱਚ ਇਹ ਸੰਦੇਸ਼ ਪਹੁੰਚਿਆ, ਜਿੱਥੇ ਉਹਨਾਂ ਵੱਲੋਂ ਵਧਾਈ ਦਿੱਤੀ ਗਈ। ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀ ਨੂੰ ਆਫੀਸ਼ੀਅਲੀ ਲਾਂਚ ਕਰ ਦਿੱਤਾ ਗਿਆ। ਇਸ ਬਾਰੇ ਸਿਟੀ ਆਫ ਸਰੀ ਤੋਂ ਜਾਣਕਾਰੀ ਸਾਹਮਣੇ ਆਈ ਹੈ। ਸਿਟੀ ਆਫ ਸਰੀ ਵਿੱਚ ਇਸ ਨਾਲ ਸੰਬੰਧਿਤ ਸਮਾਗਮ ਰੱਖਿਆ ਗਿਆ, ਜਿਸ ਦੌਰਾਨ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦਾ ਆਫੀਸ਼ੀਅਲ ਲਾਂਚ ਕੀਤਾ ਗਿਆ। GNI ਦਾ ਲਾਂਚ 3 ਪ੍ਰੋਗਰਾਮਸ ਨਾਲ ਕੀਤਾ ਜਾ ਰਿਹਾ ਹੈ। ਸਿੱਖ ਸਟੱਡੀਜ਼ ਡਿਪਲੋਮਾ, ਪੰਜਾਬੀ ਸਟੱਡੀਜ਼ ਸਰਟੀਫਿਕੇਟ ਅਤੇ ਗੁਰਮਤ ਮਿਊਜ਼ਿਕ ਡਿਪਲੋਮਾ ਦੇ ਨਾਲ ਇਸ ਇੰਸਟੀਚਿਊਟ ਨੂੰ ਲਾਂਚ ਕੀਤਾ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਆਪਣੇ ਪ੍ਰਕਾਰ ਦੇ ਨਾਰਥ ਅਮਰੀਕਾ ਦੇ ਵਿੱਚ ਪਹਿਲੇ ਪ੍ਰੋਗਰਾਮ ਹਨ ਅਤੇ GNI ਦੀ ਫੈਕਲਟੀ ਦੇ ਇਸ ਗਲੋਬਲ ਪੱਧਰ ਦੀ ਯੂਨੀਵਰਸਿਟੀ ਪ੍ਰੋਫੈਸਰ ਸ਼ਾਮਿਲ ਹਨ, ਜੋ ਕਿ ਵੱਖੋ ਵੱਖਰੇ ਫੀਲਡਸ ਅਤੇ ਡਿਸਪਲਿਨਸ ਨਾਲ ਸੰਬੰਧਿਤ ਹਨ। ਇਸ ਦੇ ਅਕੈਡਮਿਕ ਬੋਰਡ ਵਿੱਚ ਕੈਨੇਡਾ ਤੋਂ ਇਲਾਵਾ ਅਮਰੀਕਾ, UK ਅਤੇ ਭਾਰਤ ਦੇ ਐਜੂਕੇਟਰ ਅਤੇ ਰਿਸਰਚਰ ਵੀ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਇੰਸਟੀਚਿਊਟ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇੱਕ ਸੁਨੇਹਾ ਭੇਜਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਸੁਨੇਹਾ ਰਿਟਨ ਦੇ ਵਿੱਚ ਭੇਜਿਆ ਗਿਆ, ਜਿਸ ਵਿੱਚ ਉਹਨਾਂ ਵੱਲੋਂ ਤਾਰੀਫ ਕੀਤੀ ਗਈ ਹੈ। ਜਦੋਂ ਇਸ ਦਾ ਲਾਂਚ ਕੀਤਾ ਗਿਆ ਤੇ ਸਰੀ ਦੇ ਮੇਅਰ ਡਗ ਮੈਕਲਮ ਵੀ ਇਸ ਮੌਕੇ ਤੇ ਮੌਜੂਦ ਸਨ। ਉਹਨਾਂ ਇੰਸਟੀਚਿਊਟ ਨੂੰ ਵਧਾਈ ਦਿੱਤੀ ਹੈ।
ਓਨਟਾਰੀਓ ਵਿੱਚ ਇੱਕ ਵਾਰ ਫਿਰ ਤੋਂ ਪ੍ਰੀਮੀਅਰ ਡਾਕਫੋਰਡ ਦੀ ਸਰਕਾਰ ਬਣ ਸਕਦੀ ਹੈ। ਇਸ ਬਾਰੇ ਇੱਕ ਤਾਜ਼ਾ ਸਰਵੇ ਸਾਹਮਣੇ ਹੈ ਜਿਸ ਵਿੱਚ ਜ਼ਿਆਦਾ ਸਪੋਰਟ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਪਹਿਲਾਂ ਦੇ ਮੁਕਾਬਲੇ ਐਨਡੀਪੀ ਪਾਰਟੀ ਦੀ ਸਪੋਰਟ ਇਸ ਸਰਵੇ ਮੁਤਾਬਕ ਘੱਟ ਹੋਈ ਹੈ। ਓਨਟਾਰੀਓ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ 15 ਦਿਨ ਦਾ ਸਮਾਂ ਰਹਿ ਗਿਆ ਹੈ ਤੇ ਇਸ ਬਾਰੇ ਹੁਣ ਤਾਜ਼ਾ ਸਰਵੇ ਸਾਹਮਣੇ ਆਇਆ। ਇਸ ਤਾਜ਼ਾ ਸਰਵੇ ਨੂੰ ਦੇਖਣ ਵਿੱਚ ਪਤਾ ਚੱਲਦਾ ਹੈ ਕਿ ਇੱਕ ਵਾਰ ਫਿਰ ਤੋਂ ਓਨਟਾਰੀਓ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਪਰ ਦੂਜੇ ਪਾਸੇ ਓਨਟਾਰੀਓ ਐਨਡੀਪੀ ਪਾਰਟੀ ਨੂੰ ਮਿਲਣ ਵਾਲੀ ਸਪੋਰਟ ਪਹਿਲਾਂ ਦੇ ਮੁਕਾਬਲੇ ਘੱਟ ਹੁੰਦੀ ਦਿਖਾਈ ਦਿੱਤੀ। ਤਾਜ਼ਾ ਸਰਵੇ ਨੈਨੋਜ਼ ਰਿਸਰਚ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਕਈ ਓਨਟਾਰੀਓ ਵਾਸੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ 36.1% ਦੀ ਸਪੋਰਟ ਤੇ ਲਿਬਰਲ ਨੂੰ 29.3% ਦੀ ਸਪੋਰਟ ਮਿਲਦੀ ਹੋਈ ਦਿਖਾਈ ਦਿੱਤੀ। ਐਨਡੀਪੀ ਤੀਸਰੇ ਨੰਬਰ ਤੇ ਆਈ ਜਿਨ੍ਹਾਂ ਨੂੰ 19.8% ਦੀ ਸਪੋਰਟ ਮਿਲੀ ਹੈ ਜੋ ਕਿ ਪਹਿਲਾਂ ਦੇ ਮੁਕਾਬਲੇ ਘੱਟ ਦੱਸੀ ਗਈ ਹੈ। ਇਸ ਤੋਂ ਇਲਾਵਾ ਗ੍ਰੀਨ ਪਾਰਟੀ ਵਾਸਤੇ 7.3% ਦਾ ਅੰਕੜਾ ਸਾਹਮਣੇ ਆਇਆ। ਇਸ ਸਰਵੇ ਵਿੱਚ ਪਤਾ ਚੱਲਿਆ ਹੈ ਕਿ ਫੋਰਡ ਦੀ ਸਰਕਾਰ ਨੂੰ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਾਫੀ ਲੀਡ ਮਿਲ ਰਹੀ ਹੈ। ਇਸ ਤੋਂ ਇਲਾਵਾ ਸਰਵੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਪ੍ਰੈਫਰਡ ਪ੍ਰੀਮੀਅਰ ਕੌਣ ਹੈ। ਇਸ ਵਾਸਤੇ ਫੋਰਡ ਨੂੰ 32.1% ਦੀ ਸਪੋਰਟ ਮਿਲੀ, ਡੈਲ ਨੂੰ 21.6% ਤੇ ਹਾਰਵਰਡ ਨੂੰ 17.5% ਦੀ ਸਪੋਰਟ ਮਿਲਦੀ ਹੋਈ ਦਿਖਾਈ ਦਿੱਤੀ, ਜਦਕਿ ਗ੍ਰੀਨ ਪਾਰਟੀ ਦੇ ਵਾਸਤੇ ਇਹ ਸਪੋਰਟ ਪਹਿਲਾਂ ਦੇ ਮੁਕਾਬਲੇ ਵੱਧ ਹੋਈ ਜੋ ਕਿ 8.3% ਦਰਜ ਕੀਤੀ ਗਈ। ਦੱਸਦੀਏ ਕਿ 15 ਦਿਨਾਂ ਬਾਅਦ ਹੀ ਓਨਟਾਰੀਓ ਵਿੱਚ ਸੂਬਾਈ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਨਤੀਜੇ ਇਹ ਤੈਅ ਕਰਨਗੇ ਕਿ ਓਨਟਾਰੀਓ ਵਿੱਚ ਕਿਸ ਦੀ ਸਰਕਾਰ ਬਣੇਗੀ। ਵੱਖ-ਵੱਖ ਜਿਹੜੇ ਹੁਣ ਤੱਕ ਸਰਵੇ ਸਾਹਮਣੇ ਆਏ ਉਸ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਹੀ ਬਾਕੀਆਂ ਦੇ ਮੁਕਾਬਲੇ ਵੱਧ ਸਪੋਰਟ ਮਿਲਦੀ ਹੋਈ ਦਿਖਾਈ ਦੇ ਰਹੀ ਹੈ, ਪਰ ਸਭ ਕੁਝ ਤਾਂ ਨਤੀਜਿਆਂ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਿ ਕਿਸ ਨੇ ਬਾਜੀ ਮਾਰੀ ਹੈ। ਕੋਰੋਨਾ ਵਾਇਰਸ ਤੋਂ ਬਾਅਦ ਹੁਣ ਮੌਂਕੀ ਪੌਕਸ ਵਾਇਰਸ ਫੈਲ ਰਿਹਾ ਹੈ। ਇਸ ਨਾਲ ਸੰਬੰਧਿਤ ਕਈ ਦੇਸ਼ਾਂ ਵਿੱਚ ਮਾਮਲੇ ਦਰਜ ਕੀਤੇ ਗਏ। ਸਪੇਨ, ਯੂਕੇ ਦੇ ਵਿੱਚ ਵੀ ਇਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਗਿਆ ਕਿ ਕਈ ਮਾਮਲੇ ਵਾਇਰਸ ਨਾਲ ਸੰਬੰਧਿਤ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਕਿੰਨਾ ਖਤਰਨਾਕ ਹੈ ਵਾਇਰਸ, ਕੀ ਹੈ ਇਸ ਦੇ ਸਿੰਪਟਮਸ, ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਇਸ ਖਬਰ ਵਿੱਚ। ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੱਕ ਨਵਾਂ ਵਾਇਰਸ ਮੌਂਕੀ ਪੌਕਸ ਫੈਲ ਰਿਹਾ ਹੈ। ਕਈ ਦੇਸ਼ਾਂ ਵਿੱਚ ਇਸ ਨਾਲ ਸੰਬੰਧਿਤ ਮਾਮਲੇ ਰਿਕਾਰਡ ਕੀਤੇ ਗਏ। ਇਸ ਦੇ ਵੱਧ ਫੈਲਾਅ ਨੂੰ ਲੈ ਕੇ ਚਿੰਤਾ ਵੀ ਪ੍ਰਗਟਾਈ ਜਾ ਰਹੀ ਹੈ। ਯੂਕੇ, ਸਪੇਨ, ਪੁਰਤਗਾਲ ਵਿੱਚ ਮੌਂਕੀ ਪੌਕਸ ਨਾਲ ਸੰਬੰਧਿਤ ਹੁਣ ਤੱਕ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਤੋਂ ਬਾਅਦ ਇਹਨਾਂ ਦੇਸ਼ਾਂ ਵਿੱਚ ਚਿੰਤਾ ਵਧੀ ਹੋਈ ਹੈ। ਸਪੇਨ ਦੇ ਹੈਲਥ ਆਫੀਸ਼ੀਅਲਸ ਵੱਲੋਂ ਨੈਸ਼ਨਲ ਅਲਰਟ ਜਾਰੀ ਕੀਤਾ ਗਿਆ। ਇੱਥੇ 8 ਜਾਣਿਆਂ ਵਿੱਚ ਮੌਂਕੀ ਪੌਕਸ ਦੇ ਲੱਛਣ ਪਾਏ ਗਏ। ਇਸ ਤੋਂ ਇਲਾਵਾ ਯੂਕੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਇੱਥੇ ਮੌਂਕੀ ਪੌਕਸ ਨਾਲ ਸੰਬੰਧਿਤ 4 ਮਾਮਲੇ ਸਾਹਮਣੇ ਆਏ ਜੋ ਕਿ ਕੁਝ ਸਮੇਂ ਪਹਿਲਾਂ ਦਰਜ ਕੀਤੇ ਗਏ। ਕੁੱਲ ਯੂਕੇ ਵਿੱਚ ਹੁਣ ਤੱਕ ਇਸ ਨਾਲ ਸੰਬੰਧਿਤ 7 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਸਭ ਤੋਂ ਪਹਿਲਾ ਮਾਮਲਾ 4 ਮਈ ਨੂੰ ਦਰਜ ਕੀਤਾ ਗਿਆ ਸੀ। ਪੁਰਤਗਾਲ ਵਿੱਚ ਮੌਂਕੀ ਪੌਕਸ ਨਾਲ ਸੰਬੰਧਿਤ 5 ਮਾਮਲੇ ਸਾਹਮਣੇ ਆਏ ਨੇ। 15 ਹੋਰ ਜਾਣਿਆਂ ਦਾ ਟੈਸਟ ਕੀਤਾ ਜਾ ਰਿਹਾ ਹੈ। ਇਸ ਬਾਰੇ ਨੈਸ਼ਨਲ ਅਥਾਰਟੀਜ਼ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਇਸ ਨਾਲ ਪ੍ਰਭਾਵਿਤ ਹੋਏ ਉਹ ਇਸ ਸਮੇਂ ਸਟੇਬਲ ਕੰਡੀਸ਼ਨ ਵਿੱਚ ਨੇ। ਇਸ ਦੇ ਨਾਲ ਹੀ ਦੱਸ ਦਈਏ ਕਿ ਯੂਕੇ ਹੈਲਥ ਸਿਕਿਉਰਿਟੀ ਏਜੰਸੀ ਵੱਲੋਂ ਪ੍ਰੈਸ ਰਿਲੀਜ਼ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮੌਂਕੀ ਪੌਕਸ ਤੇਜ਼ੀ ਨਾਲ ਨਹੀਂ ਫੈਲਦਾ ਕਿ ਆਸਾਨੀ ਨਾਲ ਵੀ ਇਸ ਦਾ ਫੈਲਾਅ ਨਹੀਂ ਹੁੰਦਾ, ਜਿਸ ਕਾਰਨ ਯੂਕੇ ਦੀ ਆਬਾਦੀ ਨੂੰ ਇਸ ਦਾ ਘੱਟ ਖਤਰਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਮੌਂਕੀ ਪੌਕਸ ਦੇ ਲੱਛਣ ਕੀ ਨੇ। ਇਸ ਵਿੱਚ ਬੁਖਾਰ, ਸਿਰ ਦਰਦ, ਥਕਾਨ, ਮਸਲ ਪੇਨ ਇਹ ਸਾਰੇ ਇਸ ਵਾਇਰਸ ਦੇ ਲੱਛਣ ਹਨ, ਜਿਸ ਦੀ ਜਾਣਕਾਰੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਦਿੱਤੀ ਗਈ ਹੈ। ਇਸ ਵਾਇਰਸ ਦਾ ਅਸਰ 14 ਦਿਨ ਤੱਕ ਰਹਿੰਦਾ ਹੈ, ਪਰ ਕਈ ਵਾਰ ਇਸ ਦਾ ਅਸਰ 21 ਦਿਨ ਤੱਕ ਵੀ ਰਹਿੰਦਾ ਹੈ। ਫਿਲਹਾਲ ਇਸ ਵਾਇਰਸ ਦਾ ਕੋਈ ਵੀ ਇਲਾਜ ਨਹੀਂ ਹੈ। ਹੁਣ ਤੱਕ ਜਿੰਨੇ ਵੀ ਇਸ ਦੇ ਮਾਮਲੇ ਸਾਹਮਣੇ ਉਹਨਾਂ ਵੱਲੋਂ ਖੁਦ ਹੀ ਰਿਕਵਰ ਕੀਤਾ ਗਿਆ। ਅਫਰੀਕਾ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਥੇ ਤਾਂ ਇਸ ਕਾਰਨ 10 ਜਾਣਿਆਂ ਦੀ ਮੌਤ ਵੀ ਹੋ ਗਈ। ਇਸ ਤੋਂ ਇਲਾਵਾ CDC ਨੇ ਜਾਣਕਾਰੀ ਦਿੱਤੀ ਹੈ ਕਿ ਮੌਂਕੀ ਪੌਕਸ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਵੀ ਫੈਲ ਜਾਂਦਾ ਹੈ। ਜੇਕਰ ਕੋਈ ਜਾਨਵਰ ਮਨੁੱਖ ਨੂੰ ਕੱਟ ਦੇਵੇ, ਉਸ ਨੂੰ ਸਕ੍ਰੈਚ ਕਰ ਦੇਵੇ ਤਾਂ ਫਿਰ ਇਹ ਜਾਨਵਰਾਂ ਤੋਂ ਮਨੁੱਖਾਂ ਤੱਕ ਟ੍ਰਾਂਸਫਰ ਹੋ ਸਕਦਾ ਹੈ। ਸਭ ਤੋਂ ਪਹਿਲਾਂ ਇਹ ਵਾਇਰਸ 1998 ਵਿੱਚ ਪਾਇਆ ਗਿਆ ਸੀ, ਪਰ 1970 ਤੱਕ ਇਸ ਨਾਲ ਸੰਬੰਧਿਤ ਕੋਈ ਵੀ ਮਨੁੱਖ ਦੇ ਵਿੱਚ ਮਾਮਲਾ ਸਾਹਮਣੇ ਨਹੀਂ ਆਇਆ। ਪਰ ਹੁਣ ਇੱਕ ਵਾਰ ਫਿਰ ਤੋਂ ਇਸ ਨਾਲ ਸੰਬੰਧਿਤ ਮਾਮਲੇ ਕੁਝ ਦੇਸ਼ਾਂ ਵਿੱਚ ਪਾਏ ਗਏ ਨੇ। ਕੈਨੇਡਾ ਤੋਂ ਕਾਰ ਜੈਕਿੰਗ ਦਾ ਮਾਮਲਾ ਸਾਹਮਣੇ ਹੈ ਜਿੱਥੇ ਪੁਲਿਸ ਵੱਲੋਂ ਟੀਨੇਜਰ ਉੱਪਰ ਕਾਰਵਾਈ ਕਰਦਿਆਂ ਉਸ ਉੱਪਰ ਚਾਰजेस ਲਗਾਏ ਗਏ ਨੇ। ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਜਿਸ ਬਾਰੇ ਪੁਲਿਸ ਨੇ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ। ਕਾਰ ਜੈਕਿੰਗ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਜਿੱਥੇ ਉਹਨਾਂ ਨੇ ਇੱਕ ਟੀਨੇਜਰ ਨੂੰ ਚਾਰਜ ਕੀਤਾ ਹੈ।
ਪੁਲਿਸ ਦੇ ਦੱਸਣ ਮੁਤਾਬਕ ਇਹ ਆਰਮਡ ਕਾਰ ਚੈਕਿੰਗ ਦਾ ਮਾਮਲਾ ਸੀ, ਜਿਸ ਸੰਬੰਧੀ ਉਨ੍ਹਾਂ ਵੱਲੋਂ ਅਪਡੇਟ ਦਿੱਤੀ ਗਈ ਹੈ। ਅਥਾਰਟੀਜ਼ ਦੇ ਦੱਸਣ ਮੁਤਾਬਕ ਇਹ ਮਾਮਲਾ 11 ਮਈ ਨੂੰ ਸਾਹਮਣੇ ਆਇਆ, ਜਿੱਥੇ ਪੁਲਿਸ ਨੂੰ ਕਾਰ ਚੈਕਿੰਗ ਬਾਰੇ ਪਤਾ ਚੱਲਿਆ। ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਜੀਪ ਰੈਂਗਲਰ ਦੇ ਬਾਹਰ ਖੜਾ ਸੀ। ਇਸ ਦੌਰਾਨ 3 ਜਾਣੇ ਆਏ ਤੇ ਉਹਨਾਂ ਨੇ ਇਸ ਵਿਅਕਤੀ ਨੂੰ ਅਪਰੋਚ ਕੀਤਾ। ਇੱਕ ਵਿਅਕਤੀ ਨੇ ਹੈਂਡਗਨ ਕੱਢੀ ਅਤੇ ਪੀੜਤ ਤੋਂ ਚਾਬੀਆਂ ਮੰਗੀਆਂ। ਕਿਉਂਕਿ ਚਾਬੀਆਂ ਵਾਹਨ ਵਿੱਚ ਲੱਗੀਆਂ ਹੋਈਆਂ ਸੀ ਤਾਂ ਜਿਸ ਦੇ ਹੱਥ ਵਿੱਚ ਬੰਦੂਕ ਸੀ ਉਸਨੇ ਇਹ ਚਾਬੀਆਂ ਕੱਢ ਲਈਆਂ ਤੇ ਗੱਡੀ ਲੈ ਕੇ ਉਹ ਇੱਥੋਂ ਫਰਾਰ ਹੋ ਗਿਆ। ਬਾਅਦ ਵਿੱਚ ਇਹ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਿਸ ਦੇ ਦੱਸਣ ਮੁਤਾਬਕ ਸਾਰੇ ਸਸਪੈਕਟ ਭੱਜ ਗਏ, ਪਰ ਉਹਨਾਂ ਨੇ 3 ਸਸਪੈਕਟਸ ਨੂੰ ਲੱਭ ਲਿਆ। ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਸੰਬੰਧ ਵਿੱਚ 15 ਸਾਲਾ ਟੋਰਾਂਟੋ ਦੇ ਇੱਕ ਲੜਕੇ ਨੂੰ ਚਾਰਜ ਕੀਤਾ ਗਿਆ, ਜਿਸ ਉੱਪਰ ਰੌਬਰੀ ਵਿਦ ਅ ਫਾਇਰ ਆਰਮ ਐਂਡ ਡਿਸਗਾਈਜ਼ ਵਿਦ ਇੰਟੈਂਟ ਵਰਗੇ ਚਾਰਜ ਲਗਾਏ ਗਏ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ 17 ਸਾਲਾ ਟੋਰਾਂਟੋ ਨਾਲ ਸੰਬੰਧਿਤ ਲੜਕੇ ਉੱਪਰ ਵੀ ਬਿਲਕੁਲ ਉਹੀ ਚਾਰਜ ਲਗਾਏ ਜੋ ਪਹਿਲੇ ਉੱਪਰ ਲਗਾਏ ਗਏ। ਇਸ ਤੋਂ ਇਲਾਵਾ ਜਾਣਕਾਰੀ ਲਈ ਦੱਸ ਦਈਏ ਕਿ 2021 ਦੌਰਾਨ ਕਈ ਕਾਰ ਚੈਕਿੰਗ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਸਾਲ 60 ਦੇ ਕਰੀਬ ਸ਼ਹਿਰ ਵਿੱਚ ਕਾਰ ਚੈਕਿੰਗ ਦੇ ਮਾਮਲੇ ਸਾਹਮਣੇ ਆਏ। ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਪੁਲਿਸ ਵੀ ਇਸ ਤਰ੍ਹਾਂ ਦੇ ਮਾਮਲਿਆਂ ਸੰਬੰਧੀ ਜਦੋਂ ਕਾਰਵਾਈ ਕਰਦੀ ਹੈ ਤੇ ਉਹਨਾਂ ਵੱਲੋਂ ਇਸ ਦੀ ਅਪਡੇਟ ਸਾਂਝੀ ਕੀਤੀ ਜਾਂਦੀ ਹੈ। ਕੈਨੇਡਾ ਵਿੱਚ ਮਹਿੰਗਾਈ ਨੇ ਪਿਛਲੇ 31 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਅਪ੍ਰੈਲ ਮਹੀਨੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਰਿਕਾਰਡ ਪੱਧਰ ਉੱਪਰ ਮਹਿੰਗਾਈ ਪਹੁੰਚ ਗਈ ਹੈ। ਅਰਥ ਸ਼ਾਸਤਰੀਆਂ ਵੱਲੋਂ ਜਿਹੜਾ ਅੰਦਾਜ਼ਾ ਲਗਾਇਆ ਗਿਆ ਉਸ ਦੇ ਉਲਟ ਹੀ ਨਤੀਜੇ ਸਾਹਮਣੇ ਆਏ। ਕੈਨੇਡਾ ਵਿੱਚ ਵੱਧ ਰਹੀ ਮਹਿੰਗਾਈ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਅੰਕੜਿਆਂ ਮੁਤਾਬਕ ਮਹਿੰਗਾਈ ਨੇ 31 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਜੀ ਹਾਂ, ਕੈਨੇਡਾ ਵਿੱਚ ਮਹਿੰਗਾਈ ਦਰ 6.8% ਦਰਜ ਕੀਤੀ ਗਈ ਹੈ। ਇਸ ਸੰਬੰਧੀ ਅਰਥ ਸ਼ਾਸਤਰੀਆਂ ਵੱਲੋਂ ਜੋ ਅੰਦਾਜ਼ਾ ਲਗਾਇਆ ਗਿਆ ਸੀ, ਨਤੀਜੇ ਉਸ ਦੇ ਉਲਟ ਆਏ ਹਨ। ਜੀ ਹਾਂ, ਕੈਨੇਡਾ ਵਿੱਚ ਲਗਾਤਾਰ ਮਹਿੰਗਾਈ ਦਿਨ-ਬ-ਦਿਨ ਵਧਦੀ ਹੋਈ ਦਿਖਾਈ ਦੇ ਰਹੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਤਾਜ਼ਾ ਅੰਕੜੇ ਪੇਸ਼ ਕੀਤੇ ਗਏ, ਜਿੱਥੇ ਦੱਸਿਆ ਗਿਆ ਕਿ ਅਪ੍ਰੈਲ ਮਹੀਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 6.8% ਦਰਜ ਕੀਤੀ ਗਈ, ਜੋ ਕਿ ਪਿਛਲੇ 31 ਸਾਲਾਂ ਦਾ ਸਭ ਤੋਂ ਵੱਡਾ ਅੰਕੜਾ ਰਿਕਾਰਡ ਕੀਤਾ ਗਿਆ। 1991 ਵਿੱਚ GST ਲਾਗੂ ਹੋਣ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਧ ਇਹ ਮਹਿੰਗਾਈ ਦਰ ਹੈ ਜੋ ਰਿਕਾਰਡ ਕੀਤੀ ਗਈ। ਮਾਰਚ ਮਹੀਨੇ ਕੈਨੇਡਾ ਵਿੱਚ ਸਾਲਾਨਾ ਮਹਿੰਗਾਈ ਦਰ 6.7% ਦਰਜ ਹੋਈ ਸੀ। ਦੱਸੀਏ ਕਿ ਦੇਸ਼ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵੀ ਲਗਾਤਾਰ ਮਹਿੰਗੀਆਂ ਹੋਈਆਂ ਨੇ। ਪਿਛਲੇ ਸਾਲ ਦੇ ਮੁਕਾਬਲੇ ਇਹ 9.7% ਨਾਲ ਵੱਧ ਦਰਜ ਕੀਤੀਆਂ ਗਈਆਂ। ਰਿਹਾਇਸ਼ ਦੀਆਂ ਕੀਮਤਾਂ ਵਿੱਚ 7.4% ਦਾ ਵਾਧਾ ਹੋਇਆ। ਗੈਸ ਦੀਆਂ ਕੀਮਤਾਂ ਕੈਨੇਡਾ ਵਿੱਚ ਲਗਾਤਾਰ ਵਧ ਰਹੀਆਂ ਹਨ, ਪਰ ਅਪ੍ਰੈਲ ਮਹੀਨੇ ਇਹਨਾਂ ਵਿੱਚ ਕੁਝ ਕਮੀ ਵੀ ਦਰਜ ਕੀਤੀ ਗਈ। ਇੱਥੇ ਇਹ ਵੀ ਦੱਸ ਦਈਏ ਕਿ ਅਰਥ ਸ਼ਾਸਤਰੀਆਂ ਵੱਲੋਂ ਉਮੀਦ ਕੀਤੀ ਗਈ ਸੀ ਕਿ ਅਪ੍ਰੈਲ ਦੀ ਮਹਿੰਗਾਈ ਦਰ ਮਾਰਚ ਤੋਂ ਹੇਠਾਂ ਆਵੇਗੀ, ਪਰ ਅਜਿਹਾ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਅਮਰੀਕਾ ਵਿੱਚ ਵੀ ਮਹਿੰਗਾਈ ਰਿਕਾਰਡ ਪੱਧਰ ਦੇ ਉੱਪਰ ਪਹੁੰਚੀ ਹੈ। ਪਿਛਲੇ ਦਿਨੀ ਇਸ ਬਾਰੇ ਵੀ ਅੰਕੜੇ ਸਾਹਮਣੇ ਆਏ, ਜਿਸ ਮੁਤਾਬਕ ਦੇਖਿਆ ਗਿਆ ਕਿ ਅਪ੍ਰੈਲ ਮਹੀਨੇ ਇੱਥੇ ਵੀ ਮਹਿੰਗਾਈ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਗੈਸ ਦੀਆਂ ਕੀਮਤਾਂ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਰਹੀਆਂ ਨੇ, ਪਰ ਇੱਕ ਥਾਂ ਤੋਂ ਚੰਗੀ ਖਬਰ ਸਾਹਮਣੇ ਆਈ, ਜਿੱਥੇ ਪਹਿਲਾਂ ਦੇ ਮੁਕਾਬਲੇ ਗੈਸ ਦੀਆਂ ਕੀਮਤਾਂ ਵਿੱਚ ਗਿਰਾਵਟ ਹੋਈ ਹੈ। ਗ੍ਰੇਟਰ ਟੋਰਾਂਟੋ ਏਰੀਆ ਨਾਲ ਸੰਬੰਧਿਤ ਲੋਕਾਂ ਨੂੰ ਹੁਣ ਗੈਸ ਦੀਆਂ ਕੀਮਤਾਂ ਸੰਬੰਧੀ ਥੋੜੀ ਰਾਹਤ ਮਿਲਣ ਜਾ ਰਹੀ ਹੈ। ਇੱਥੇ ਦੱਸਿਆ ਜਾ ਰਿਹਾ ਹੈ ਕਿ ਗੈਸ ਦੀਆਂ ਕੀਮਤਾਂ ਵਿੱਚ 3 ਸੈਂਟਸ ਦੀ ਗਿਰਾਵਟ ਹੋ ਰਹੀ ਹੈ, ਜਿਸ ਕਾਰਨ ਡਰਾਈਵਰ ਥੋੜੀ ਰਾਹਤ ਮਹਿਸੂਸ ਕਰਨਗੇ। ਸਦਰਨ ਓਨਟਾਰੀਓ ਦੇ ਕੁਝ ਹਿੱਸਿਆਂ ਵਿੱਚ ਗੈਸ ਦੀਆਂ ਕੀਮਤਾਂ $209.9 ਪ੍ਰਤੀ ਲੀਟਰ ਦੇ ਹਿਸਾਬ ਨਾਲ ਦਰਜ ਕੀਤੀਆਂ ਗਈਆਂ। ਪਿਛਲੇ ਸ਼ੁੱਕਰਵਾਰ ਦੇ ਮੁਕਾਬਲੇ ਇਹਨਾਂ ਵਿੱਚ 12 ਸੈਂਟਸ ਦਾ ਵਾਧਾ ਦਰਜ ਕੀਤਾ ਗਿਆ, ਪਰ ਹੁਣ ਕੈਨੇਡੀਅਨਸ ਫਾਰ ਅਫੋਰਡੇਬਲ ਐਨਰਜੀ ਦੇ ਪ੍ਰੈਜ਼ੀਡੈਂਟ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਗੈਸ ਦੀਆਂ ਕੀਮਤਾਂ ਵਿੱਚ 3 ਸੈਂਟਸ ਦੀ ਗਿਰਾਵਟ ਆਏਗੀ, ਜਿਸ ਤੋਂ ਬਾਅਦ ਰਾਤ ਸਮੇਂ ਇਹ ਗੈਸ ਦੀਆਂ ਕੀਮਤਾਂ $206.9 ਪ੍ਰਤੀ ਲੀਟਰ ਦੇ ਹਿਸਾਬ ਨਾਲ ਪਹੁੰਚ ਜਾਣਗੀਆਂ। ਦੱਸੀਏ ਕਿ ਪਿਛਲੇ ਦਿਨੀ ਜਾਣਕਾਰੀ ਸਾਹਮਣੇ ਆਈ ਸੀ ਕਿ ਕਈ ਥਾਵਾਂ ਤੇ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ। ਵੈਨਕੂਵਰ ਵਿੱਚ ਕੀਮਤਾਂ ਕਾਫੀ ਜ਼ਿਆਦਾ ਦਰਜ ਕੀਤੀਆਂ ਜਾ ਰਹੀਆਂ ਨੇ, ਜਿੱਥੇ $2 ਤੋਂ ਵੱਧ ਦੀ ਇਸ ਸਮੇਂ ਗੈਸ ਕੀਮਤ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਸਭ ਤੋਂ ਜ਼ਿਆਦਾ ਵਾਧਾ ਇਸ ਸਮੇਂ ਵੈਨਕੂਵਰ ਵਿੱਚ ਨਜ਼ਰ ਆ ਰਿਹਾ ਹੈ, ਜਿੱਥੇ ਗੈਸ ਦੀਆਂ ਕੀਮਤਾਂ $2.34 ਪ੍ਰਤੀ ਲੀਟਰ ਦੇ ਹਿਸਾਬ ਨਾਲ ਦੱਸੀਆਂ ਗਈਆਂ। ਇੱਥੇ ਇਹ ਵੀ ਦੱਸ ਦਈਏ ਕਿ ਕੈਨੇਡਾ ਵਿੱਚ ਲਗਾਤਾਰ ਮਹਿੰਗਾਈ ਵਧ ਰਹੀ ਹੈ। ਤਾਜ਼ਾ ਅੰਕੜਿਆਂ ਤੋਂ ਪਤਾ ਚੱਲਿਆ ਕਿ ਮਹਿੰਗਾਈ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ। ਸਟੈਟਿਸਟਿਕਸ ਕੈਨੇਡਾ ਨੇ ਜੋ ਜਾਣਕਾਰੀ ਦਿੱਤੀ ਹੈ, ਉਸ ਵਿੱਚ ਪਤਾ ਚੱਲਿਆ ਕਿ ਇਨਫਲੇਸ਼ਨ ਰੇਟ 6.8% ਦੇ ਉੱਪਰ ਪਹੁੰਚ ਗਿਆ। ਅਰਥ ਸ਼ਾਸਤਰੀਆਂ ਵੱਲੋਂ ਜੋ ਅੰਦਾਜ਼ਾ ਲਗਾਇਆ ਗਿਆ ਸੀ, ਇਹ ਉਸ ਦੇ ਉਲਟ ਨਜ਼ਰ ਆਇਆ, ਕਿਉਂਕਿ ਉਹਨਾਂ ਦਾ ਅੰਦਾਜ਼ਾ ਸੀ ਕਿ ਪਿਛਲੇ ਮਹੀਨੇ ਦੇ ਮੁਕਾਬਲੇ
ਮਹਿੰਗਾਈ ਦਰ ਹੇਠਾਂ ਆਏਗੀ, ਪਰ ਅਜਿਹਾ ਨਹੀਂ ਹੋਇਆ, ਬਲਕਿ ਮਹਿੰਗਾਈ ਦਰ ਪਿਛਲੇ ਮਹੀਨੇ ਦੇ ਮੁਕਾਬਲੇ ਵੱਧ ਹੋਈ ਹੈ। ਹੁਣ ਜੋ ਵੱਖ-ਵੱਖ ਥਾਵਾਂ ਤੇ ਗੈਸ ਦੀਆਂ ਕੀਮਤਾਂ ਵਧ ਰਹੀਆਂ ਨੇ, ਉਸ ਦੇ ਪਿੱਛੇ ਕਾਰਨ ਹੈ ਜੋ ਜੰਗ ਲੱਗੀ ਹੋਈ ਹੈ। ਯੂਕਰੇਨ ਤੇ ਰਸ਼ੀਆ ਵਿਚਕਾਰ ਅਜੇ ਵੀ ਜੰਗ ਜਾਰੀ ਹੈ, ਜਿਸ ਕਾਰਨ ਵੱਖ-ਵੱਖ ਦੇਸ਼ਾਂ ਦੇ ਉੱਪਰ ਅਸਰ ਪੈਂਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਕੈਨੇਡਾ ਹੀ ਨਹੀਂ, ਬਾਕੀ ਦੇਸ਼ਾਂ ਵਿੱਚ ਵੀ ਗੈਸ ਦੀਆਂ ਕੀਮਤਾਂ ਕਾਫੀ ਜ਼ਿਆਦਾ ਨੇ। ਲਗਾਤਾਰ ਕੈਨੇਡਾ ਵਿੱਚ ਵੀ ਵੱਧ ਰਹੀਆਂ ਕੀਮਤਾਂ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਜੋ ਕਿ ਡਰਾਈਵਰਾਂ ਦੀ ਜੇਬ ਉੱਪਰ ਅਸਰ ਵੀ ਪਾ ਰਹੀ ਹੈ। ਇਸ ਤੋਂ ਇਲਾਵਾ ਬਾਕੀ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ ਨੇ। ਨੈਟਫਲਿਕਸ ਨੂੰ ਵੱਡਾ ਘਾਟਾ ਪਿਆ ਤੇ ਕਈਆਂ ਦੀ ਨੌਕਰੀ ਚਲੀ ਗਈ। ਜ਼ਿਆਦਾਤਰ ਕਰਮਚਾਰੀ ਅਮਰੀਕਾ ਨਾਲ ਸੰਬੰਧਿਤ ਦੱਸੇ ਗਏ। ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਨਾਲ ਸੰਬੰਧਿਤ ਜਿਹੜੇ ਕਰਮਚਾਰੀ ਨੇ, ਇਸ ਫੈਸਲੇ ਦਾ ਉਹਨਾਂ ਉੱਪਰ ਕੋਈ ਵੀ ਅਸਰ ਨਹੀਂ ਹੋਇਆ। ਘਾਟਾ ਸਹਿਣ ਤੋਂ ਬਾਅਦ ਨੈਟਫਲਿਕਸ ਵੱਲੋਂ ਕਈ ਕਰਮਚਾਰੀ ਨੌਕਰੀ ਤੋਂ ਕੱਢ ਦਿੱਤੇ ਗਏ ਨੇ। ਜਾਣਕਾਰੀ ਮੁਤਾਬਕ 150 ਦੇ ਕਰੀਬ ਲੋਕਾਂ ਨੂੰ ਆਪਣੀ ਨੌਕਰੀ ਗਵਾਉਣੀ ਪਈ। ਇਹਨਾਂ ਵਿੱਚ ਜ਼ਿਆਦਾਤਰ ਯੂਨਾਈਟਿਡ ਸਟੇਟਸ ਨਾਲ ਸੰਬੰਧਿਤ ਹਨ। ਦਰਅਸਲ ਨੈਟਫਲਿਕਸ ਨੂੰ ਜਿਹੜਾ ਘਾਟਾ ਸਹਿਣਾ ਪਿਆ, ਉਸ ਤੋਂ ਬਾਅਦ ਹੀ ਉਹਨਾਂ ਨੇ ਇੱਕ ਕਦਮ ਚੁੱਕਿਆ। ਨੈਟਫਲਿਕਸ ਦੇ ਸਪੋਕਸਪਰਸਨ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਕੈਨੇਡਾ ਨਾਲ ਸੰਬੰਧਿਤ ਕੋਈ ਵੀ ਕਰਮਚਾਰੀ ਇਸ ਫੈਸਲੇ ਬਾਅਦ ਪ੍ਰਭਾਵਿਤ ਨਹੀਂ ਹੋਇਆ। ਇਹ ਜੌਬ ਕੱਟਸ ਉਸ ਵੇਲੇ ਸਾਹਮਣੇ ਆਏ ਨੇ ਜਦੋਂ ਨੈਟਫਲਿਕਸ ਨੂੰ ਵੱਡਾ ਘਾਟਾ ਸਹਿਣਾ ਪਿਆ। ਪਿਛਲੇ ਦਿਨੀ ਨੈਟਫਲਿਕਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹਨਾਂ ਦੇ ਕਾਫੀ ਸਬਸਕ੍ਰਾਈਬਰਸ ਘੱਟ ਹੋ ਗਏ ਹਨ। ਸਬਸਕ੍ਰਾਈਬਰ ਸੰਬੰਧੀ ਵੱਡਾ ਘਾਟਾ ਸਹਿਣ ਤੋਂ ਬਾਅਦ ਨੈਟਫਲਿਕਸ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬਰਸ ਨੂੰ ਆਕਰਸ਼ਿਤ ਕੀਤਾ ਜਾ ਸਕੇ। ਨੈਟਫਲਿਕਸ ਵੱਲੋਂ ਕੁਝ ਆਫਰਸ ਵੀ ਲਿਆਂਦੇ ਜਾ ਰਹੇ ਨੇ ਤਾਂ ਕਿ ਜਿਹੜਾ ਉਹਨਾਂ ਨੂੰ ਘਾਟਾ ਪਿਆ ਉਹ ਪੂਰਾ ਹੋ ਸਕੇ। ਤਾਜ਼ਾ ਜਾਣਕਾਰੀ ਵਿੱਚ ਇਹੀ ਦੱਸਿਆ ਗਿਆ ਕਿ ਕਈ ਕਰਮਚਾਰੀਆਂ ਦੀ ਨੌਕਰੀ ਚਲੀ ਗਈ, ਜਿਨ੍ਹਾਂ ਦੀ ਗਿਣਤੀ 150 ਦੇ ਕਰੀਬ ਦੱਸੀ ਗਈ। ਇਨ੍ਹਾਂ ਚੋਂ ਜ਼ਿਆਦਾਤਰ ਅਮਰੀਕਾ ਨਾਲ ਸੰਬੰਧਿਤ ਦੱਸੇ ਗਏ ਨੇ। ਰੂਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਦੇ ਕਈ ਫਾਈਟਰਸ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਇਹ ਗਿਣਤੀ 700 ਤੋਂ ਵੱਧ ਫਾਈਟਰਸ ਦੀ ਦੱਸੀ ਜਾ ਰਹੀ ਹੈ। 24 ਘੰਟੇ ਦੌਰਾਨ ਕਿੰਨਿਆਂ ਨੇ ਸਰੈਂਡਰ ਕੀਤਾ, ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ। ਰਸ਼ੀਆ ਦਾ ਕਹਿਣਾ ਹੈ ਕਿ 700 ਤੋਂ ਵੱਧ ਯੂਕਰੇਨ ਫਾਈਟਰਸ ਵੱਲੋਂ ਸਰੈਂਡਰ ਕੀਤਾ ਗਿਆ। ਜੀ ਹਾਂ, ਰੂਸ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਕਿਹਾ ਕਿ ਮੈਰੀਆਪੋਲ ਵਿੱਚ 700 ਤੋਂ ਵੱਧ ਯੂਕਰੇਨ ਦੇ ਫਾਈਟਰਸ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਰਸ਼ੀਆ ਦੀ ਮਿਨਿਸਟਰੀ ਆਫ ਡਿਫੈਂਸ ਮੁਤਾਬਕ 694 ਫਾਈਟਰਸ ਵੱਲੋਂ ਰਾਤੋਂ ਰਾਤ ਸਰੈਂਡਰ ਕੀਤਾ ਗਿਆ, ਜਿਸ ਨਾਲ ਸਰੈਂਡਰ ਕਰਨ ਵਾਲਿਆਂ ਦੀ ਗਿਣਤੀ 959 ਦੱਸੀ ਗਈ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਵਾਲੇ ਦਿਨ 250 ਫਾਈਟਰਸ ਵੱਲੋਂ ਸਰੈਂਡਰ ਕੀਤਾ ਗਿਆ। ਜ਼ਿਕਰਯੋਗ ਹੈ ਕਿ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਯੂਕਰੇਨ ਅਤੇ ਰਸ਼ੀਆ ਵਿਚਕਾਰ ਜੰਗ ਲੱਗੀ ਹੋਈ ਹੈ। ਰੂਸ ਵੱਲੋਂ ਫਰਵਰੀ ਮਹੀਨੇ ਯੂਕਰੇਨ ਤੇ ਹਮਲਾ ਕੀਤਾ ਗਿਆ ਸੀ। ਵੱਖ-ਵੱਖ ਦੇਸ਼ ਰੂਸ ਦੇ ਖਿਲਾਫ ਖੜੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਵੱਲੋਂ ਕਾਫੀ ਪਾਬੰਦੀਆਂ ਲਗਾਈਆਂ ਗਈਆਂ। ਪਿਛਲੇ ਦਿਨੀ ਕੈਨੇਡਾ ਵੱਲੋਂ ਸਖਤੀ ਦਾ ਐਲਾਨ ਕੀਤਾ ਗਿਆ। ਕੈਨੇਡਾ, ਅਮਰੀਕਾ ਲਗਾਤਾਰ ਇਹਨਾਂ ਵੱਲੋਂ ਕਈਆਂ ਉੱਪਰ ਰੋਕ ਲਗਾਈ ਜਾ ਰਹੀ ਹੈ। ਰੂਸ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਰਸ਼ੀਆ ਉੱਪਰ ਦਬਾਅ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਦੋਨਾਂ ਦੇਸ਼ਾਂ ਵੱਲੋਂ ਯੂਕਰੇਨ ਨਾਲ ਆਪਣੀ ਸਪੋਰਟ ਵੀ ਦਿਖਾਈ ਗਈ, ਜਿੱਥੇ ਯੂਕਰੇਨ ਦੇ ਹੱਕ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ontario ਦੇ ਹਸਪੀਟਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇੱਥੇ ਹਸਪੀਟਲ ਵਿੱਚ 1248 ਮਰੀਜ਼ ਦੱਸੇ ਜਾ ਰਹੇ ਨੇ ਤੇ ਇੰਟੈਂਸਿਵ ਕੇਅਰ ਅਧੀਨ 163 ਦਾ ਅੰਕੜਾ ਸਾਂਝਾ ਕੀਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ontario ਵਿੱਚ ਰੋਜ਼ਾਨਾ 1000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਬੀਤੇ 24 ਘੰਟਿਆਂ ਦੌਰਾਨ ਵੀ 1000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। 24 ਘੰਟਿਆਂ ਦੌਰਾਨ ਇੱਥੇ 1692 ਕੇਸਿਸ ਰਿਕਾਰਡ ਕੀਤੇ ਗਏ, ਜਿਸ ਤੋਂ ਬਾਅਦ ਹੁਣ ਤੱਕ ਪ੍ਰੋਵਿੰਸ ਵਿੱਚ ਕੁੱਲ ਕੋਰੋਨਾ ਮਾਮਲਿਆਂ ਦਾ ਅੰਕੜਾ 12,90,249 ਉੱਪਰ ਪਹੁੰਚ ਗਿਆ। ਬੀਤੇ 24 ਘੰਟੇ ਦੌਰਾਨ 16 ਮੌਤਾਂ ਕੋਰੋਨਾ ਵਾਇਰਸ ਕਾਰਨ ਹੋਈਆਂ, ਜਿਸ ਤੋਂ ਬਾਅਦ ਕੁੱਲ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 13,099 ਦੇ ਉੱਪਰ ਪਹੁੰਚ ਗਿਆ। ਰਿਕਵਰਡ ਕੇਸਿਸ ਦੀ ਗਿਣਤੀ 12,59,578 ਦੱਸੀ ਗਈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 12 ਸਾਲ ਤੋਂ ਇਸ ਤੋਂ ਵੱਧ ਹੈ, ਉਹਨਾਂ ਵਿੱਚ 91.3% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਡੋਜ਼, 93.1% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 56.8% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਗਏ। 5 ਸਾਲ ਤੋਂ 11 ਸਾਲ ਵਾਲਿਆਂ ਵਿੱਚ 56.5% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 35.9% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ ਲਗਵਾਏ ਜਾ ਚੁੱਕੇ ਨੇ। ਇੱਥੇ ਟੈਸਟ ਪੋਜ਼ਿਟਿਵਿਟੀ ਰੇਟ 10.5% ਦੱਸਿਆ ਗਿਆ, ਜੋ ਕਿ ਪਿਛਲੇ ਹਫ਼ਤੇ 11.3% ਦਰਜ ਕੀਤਾ ਗਿਆ ਸੀ। ਕਿਊਬਿਕ ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ। ਇੱਥੇ ਹਸਪਤਾਲ ਵਿੱਚ 1599 ਦਾ ਇਲਾਜ ਚੱਲ ਰਿਹਾ ਹੈ।
ਤੇ ਇੰਟੈਂਸਿਵ ਕੇਅਰ ਅਧੀਨ 48 ਦਾ ਅੰਕੜਾ ਸਾਂਝਾ ਕੀਤਾ ਗਿਆ। ਸੂਬੇ ਵਿੱਚ 24 ਘੰਟੇ ਦੌਰਾਨ 728 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਤੇ 14 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10,59,419 ਕੁੱਲ ਕੋਰੋਨਾ ਦੇ ਮਾਮਲੇ ਇੱਥੇ ਸਾਹਮਣੇ ਆ ਚੁੱਕੇ ਨੇ। 15,312 ਮੌਤਾਂ ਕੁੱਲ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਹੋ ਗਈਆਂ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 5 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 55% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਡੋਜ਼ ਤੇ 13% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 4 ਟੀਕੇ ਲਗਵਾਏ ਜਾ ਚੁੱਕੇ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਬਾਰੇ ਹੋਇਆ ਵੱਡਾ ਐਲਾਨ, ਫਾਈਲਾਂ ਦੀ 6 ਮਹੀਨੇ ਵਿੱਚ ਆਵੇਗਾ ਫੈਸਲਾ। ਕੈਨੇਡਾ ਸਰਕਾਰ ਨੇ ਦਿੱਤਾ ਉਡਾਨਾਂ ਰੱਦ ਕਰਨ ਦਾ ਆਦੇਸ਼, ਟਰਾਂਸਪੋਰਟ ਮੰਤਰੀ ਨੇ ਦੱਸੀ ਇਸ ਦੀ ਸੱਚਾਈ। ਕੈਨੇਡਾ ਵਿੱਚ ਮਹਿੰਗਾਈ ਨੇ ਤੋੜੇ 31 ਸਾਲਾਂ ਦੇ ਰਿਕਾਰਡ, ਅਰਥ ਸ਼ਾਸਤਰੀਆਂ ਦਾ ਅੰਦਾਜ਼ਾ ਹੋਇਆ ਗਲਤ। ਕੋਰੋਨਾ ਤੋਂ ਬਾਅਦ ਫੈਲਿਆ ਮੰਕੀ ਪੌਕਸ, ਜਾਣੋ ਕਿੰਨਾ ਖਤਰਨਾਕ ਹੈ ਇਹ ਵਾਇਰਸ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।